मुझ में रहा न हूँ। जब आपा पर का मिट गया, जत देखो तत तू। जब आपा पर का मिट गया, जत देखो तत तू। आए प्रभ शरणागति, कृपा निध दयाल। एक अखर हर मन बस्त, नानक होत निहाल। एक अखर हर मन बस्त, नानक होत निहाल। गुरु प्यारी, गुरु सवारी साध संगत जी, गुरु साहिब जी ने अपार बख्शिश कीती है। सोहणे चरनां दे विच गुरु साहिब जी दे कोल सजन दा सुभाग भरिया समा वाहिगुरु जी ने सानू बख्शिया है। गुरबाणी दी विचार नूं आरंभ करिए। उस तो प्रथम सनिमर फतेह प्रवान करनी जी। वाहिगुरु जी का खालसा, वाहिगुरु जी की फतेह। अज दा जो पावन हुक्मनामा साहिब है, ये राग टोडी दे विच गुरु अर्जन देव जी महाराज दा शब्द 712 अंग दे श्री गुरु ग्रंथ साहिब जी विच दर्ज है, सुभाएमान है। इस शब्द दे अंदर गुरु साहिब जी ने मनुख दा जिहड़ा मन आ, किवें ਉਹ दसां दिशावां दे विच धरती दे ਵੱਖ-ਵੱਖ कोने हिस्से आ, उन्हां विच भटकदा, ਕਿਹੜੇ-ਕਿਹੜੇ ਉਹਨੂੰ ਸਵਾਦ ਲੱਗੇ ਹੋਏ ਆ, ਉਹਨਾਂ ਦਾ ਜ਼ਿਕਰ ਹੈ। ਕਿਸ ਤਰ੍ਹਾਂ ਉਹ ਪ੍ਰੀਤ ਨਹੀਂ ਬਣਾ ਪਾਉਂਦਾ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ, ਕਿਸ ਤਰ੍ਹਾਂ ਉਹ ਪ੍ਰੀਤ ਨਹੀਂ ਬਣਾ ਪਾਉਂਦਾ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ, ਨਾ ਹੀ ਆਪਣੇ ਗੁਰੂ ਜੀ ਨੂੰ ਮਨਾਉਂਦਾ ਹੈ। ਭਾਵ ਕਦੇ ਵੀ ਉਹ ਕਾਰਜ ਕਰਦਾ ਜਿਹਦੇ ਨਾਲ ਸੱਤ ਪੁਰਖ ਖੁਸ਼ ਹੁੰਦੇ ਨੇ। ਤੇਲੀ ਦੇ ਬਲਦ ਵਾਂਗ ਇਹ ਮਨ ਦੀ ਜ਼ਿੰਦਗੀ ਆ, ਘੁੰਮ ਫਿਰ ਕੇ ਉੱਥੇ ਹੀ ਆ ਜਾਂਦਾ ਹੈ, ਪਰ ਉਪਕਾਰ ਇਹਦੇ ਹਿੱਸੇ ਨਹੀਂ ਆਉਂਦੇ, ਸੇਵਾ ਇਹਦੇ ਹਿੱਸੇ ਨਹੀਂ ਆਉਂਦੀ, ਸਾਧ ਸੰਗਤ ਇਹਦੇ ਹਿੱਸੇ ਨਹੀਂ ਆਉਂਦੀ। ਇਹੀ ਕਾਰਨ ਆ ਇਹਦਾ, ਤੇ ਜਿਹਦੇ ਕਰਕੇ ਖੁਆਰ ਹੁੰਦਾ, ਜਿਹਦੇ ਕਰਕੇ ਭਟਕਦਾ ਭਰਮਦਾ ਤੇਲੀ ਦੇ ਬਲਦ ਦੇ ਵਾਂਗ, ਇਹ ਗੁਰੂ ਅਰਜਨ ਦੇਵ ਜੀ ਨੇ ਦੱਸਿਆ ਹੈ। ਸੋ ਆਓ ਆਪਾਂ ਇਹਨੂੰ ਪੂਰਾ ਵਿਸਥਾਰ ਦੇ ਨਾਲ ਸਮਝੀਏ ਕਿ ਗੁਰੂ ਅਰਜਨ ਦੇਵ ਜੀ ਕੀ ਕਹਿਣਾ ਚਾਹੁੰਦੇ ਆ। ਟੋਡੀ ਮਹੱਲਾ ਪੰਜਵਾ, ਘਰ ਦੂਜਾ, ਚੌਪਦੇ। ਟੋਡੀ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ। ਘਰ ਦੂਜਾ ਤੋਂ ਭਾਵ ਦੂਜੇ ਘਰ ਵਿੱਚ ਗਾਉਣਾ ਇਹਨੂੰ, ਇਹ ਸ਼ਬਦ ਨੂੰ ਸੁਰ ਤੇ ਤਾਲ ਨੂੰ ਦੂਜੇ ਘਰ ਵਿੱਚ ਮਿਲਾ ਕੇ ਚਾਰ ਪਦਿਆਂ ਦਾ ਸ਼ਬਦ ਚੌਪਦੇ ਤੋਂ ਭਾਵ ਚਾਰ ਪਦੇ ਆ ਇਸ ਸ਼ਬਦ ਦੇ। ਜਿਵੇਂ ਦੋ ਪਦਿਆਂ ਵਾਲੇ ਸ਼ਬਦ ਹੁੰਦੇ ਆ,
8 ਪਦਿਆਂ ਵਾਲੇ ਸ਼ਬਦ ਨੂੰ ਅਸ਼ਟਪਦੀਆਂ ਕਹਿੰਦੇ ਆ। ਇਵੇਂ 4 ਪਦਿਆਂ ਦਾ ਸ਼ਬਦ ਹੈ ਇਹ ਹੁਕਮਨਾਮਾ। ਇੱਕ ਓੰਕਾਰ ਸਤਿ ਗੁਰ ਪ੍ਰਸਾਦ। ਉਹ ਜਿਹੜਾ ਸ੍ਰਿਸ਼ਟੀ ਨੂੰ ਸਾਜਣ ਵਾਲਾ, ਪਾਲਣ ਵਾਲਾ ਤੇ ਮਿਟਾਉਣ ਵਾਲਾ ਵੀ ਉਹ ਇੱਕ ਹੀ ਹੈ। ਓੰਕਾਰ ਉਹਦੀ ਧੁਨੀ ਹੈ। ਸੱਚੇ ਗੁਰੂ ਦੇ ਪ੍ਰਸਾਦ ਦੁਆਰਾ ਹੀ ਉਹਦੀ ਪ੍ਰਾਪਤੀ ਹੁੰਦੀ ਹੈ। ਧਾਇਓ ਰੇ ਮਨ ਦਹਿ ਦਿਸ ਧਾਇਓ। ਧਾਇਓ ਰੇ ਮਨ ਦਹਿ ਦਿਸ ਧਾਇਓ। ਗੁਰੂ ਸਾਹਿਬ ਜੀ ਕਹਿੰਦੇ ਆ, ਹੇ ਮਨ, ਤੈਨੂੰ ਪਲ ਭਰ ਵੀ ਚੈਨ ਨਹੀਂ ਆਉਂਦੀ। ਮਨ ਨੂੰ ਕਹਿ ਰਹੇ ਆ, ਤੈਨੂੰ ਇੱਕ ਸਕਿੰਟ ਵੀ, ਇੱਕ ਛਿਨ ਵੀ ਤੈਨੂੰ ਚੈਨ ਨਹੀਂ ਆਉਂਦੀ। ਤੂੰ ਕਿੰਨਾ ਭਟਕਦਾ, ਬਹੁਤ ਜ਼ਿਆਦਾ, ਕਿੰਨਾ ਜ਼ਿਆਦਾ ਤੂੰ ਭਟਕ ਰਿਹਾ। ਧਾਇਓ ਰੇ ਮਨ ਦਹਿ ਦਿਸ ਧਾਇਓ। ਕਿੰਨਾ ਜ਼ਿਆਦਾ ਤੈਨੂੰ ਭਾਵ ਕੀ ਭਟਕਣਾ ਲੱਗੀ ਹੋਈ ਆ। ਇੱਕ ਪਲ ਭਰ ਵੀ ਤੂੰ ਟਿਕ ਕੇ ਨਹੀਂ ਬੈਠ ਸਕਦਾ ਹੈਗਾ। ਇਹ ਤੇਰਾ ਸੁਭਾਅ ਬਣ ਚੁੱਕਾ। ਕਿੰਨੀਆਂ ਦਿਸ਼ਾਵਾਂ ਦੇ ਵਿੱਚ ਦਹਿ ਦਿਸ। ਦਿਸ਼ਾਵਾਂ 4 ਨੇ, ਉੱਤਰ, ਦੱਖਣ, ਪੂਰਬ, ਪੱਛਮ। ਪਰ ਤੂੰ ਇਦੋਂ ਵੀ ਵੱਧ ਕੇ 10 ਦਿਸ਼ਾਵਾਂ ਵਿੱਚ ਜਿਵੇਂ ਭਟਕਦਾ ਹੈ, ਇਸ ਤਰ੍ਹਾਂ ਤੂੰ ਹੈ। ਧਾਇਓ ਰੇ ਮਨ, ਹੇ ਮਨ, ਸੰਗਤ ਤੋਂ ਬਿਨਾਂ, ਗੁਰੂ ਤੋਂ ਬਿਨਾਂ, ਸੁਰਤ ਜਾਗੇ ਤੋਂ ਬਿਨਾਂ, ਸਮਝ ਤੋਂ ਬਿਨਾਂ, ਗੁਰੂ ਦੇ ਪਿਆਰ ਤੋਂ ਬਿਨਾਂ ਕਿਵੇਂ ਤੇਰੀ ਜ਼ਿੰਦਗੀ ਹੋਈ ਪਈ ਆ। ਹੇ ਮਨ, ਤੂੰ ਕਿੰਨਾ ਭਟਕਦਾ। ਤੇਲੀ ਦੇ ਬਲਦ ਵਾਂਗ ਜਿਵੇਂ ਉਹ ਘੁੰਮਦਾ ਹੈ ਘਰੇ। ਤੇਲੀ ਦੇ ਬਲਦ ਨੂੰ ਘਰੇ ਹੀ 100 ਕੋਹ ਪੈਂਡਾ, ਪਹੁੰਚਦਾ ਕਿਤੇ ਵੀ ਨਹੀਂ, ਪਰ ਉਹ ਚੱਲਦਾ ਬਹੁਤ ਆ। ਹੇ ਮੇਰੇ ਮਨ, ਤੂੰ ਵੀ ਬਹੁਤ ਬਹੁਤ ਚੱਲਦਾ, ਬਹੁਤ ਚੱਲਦਾ, ਬਹੁਤ ਭਟਕਦਾ, ਪਹੁੰਚਦਾ ਪਰ ਕਿਤੇ ਵੀ ਨਹੀਂ। ਨਾਨਾ ਝੂਠ ਲਾਏ ਮਨ ਤੋਖਿਓ, ਜਿਉ ਤੇਲੀ ਬਲਦ ਪਰਮਾਇਓ। ਧਾਵਤ ਕੋ ਧਾਵੇ ਬਹੁ ਭਾਤੀ, ਜਿਉ ਤੇਲੀ ਬਲਦ ਪਰਮਾਇਓ। ਜਿਵੇਂ ਕਿ ਉਹ ਤੇਲੀ ਦਾ ਬਲਦ, ਬਿਲਕੁਲ ਤੂੰ ਵੀ ਮਨਾ ਉਹਦੇ ਵਾਂਗੂ ਹੀ ਹੈ। ਬਹੁਤ ਭਟਕਦਾ, ਬਹੁਤ ਚੱਲਦਾ। ਅਗਲੀ ਜਿਹੜੀ ਪੰਗਤੀ ਆ ਉਹਨੂੰ ਥੋੜ੍ਹਾ ਮੰਨਣਾ ਜਾਂ ਉੱਤੇ ਭਰੋਸਾ ਬਣਾਉਣਾ ਬਹੁਤ ਔਖਾ ਵਾ। ਇਸ ਕਰਕੇ ਉਹ ਹੈ ਕਿ ਮਾਇਆ ਮਗਨ ਸਵਾਦ ਲੋਭ ਮੋਹਿਓ। ਕੋਈ ਸ਼ੱਕ ਨਹੀਂ, ਬੰਦਾ ਜਿਹੜਾ ਮਾਇਆ ਦੇ ਸਵਾਦ ਵਿੱਚ, ਚੀਜ਼ਾਂ ਦੇ ਸਵਾਦ ਵਿੱਚ ਲੱਗਾ ਹੋਇਆ, ਇਹ ਸਾਰੇ ਜਾਣਦੇ ਆ ਤਾਂ। ਪਰ ਅਗਲੀ ਜਿਹੜੀ ਪੰਗਤੀ ਇਹਦੇ ਨਾਲ, ਅੱਧੀ ਪੰਗਤੀ, ਤਿੰਨ ਪ੍ਰਭ ਆਪ ਭੁਲਾਇਓ। ਬੰਦੇ ਨੂੰ ਨਹੀਂ ਪਤਾ ਕਿ ਉਹਦੇ ਮਨ ਨੂੰ ਭਟਕਾਉਣ ਵਾਲਾ ਵੀ ਉਹ ਆਪ ਹੀ ਆ, ਪਰਮੇਸ਼ਰ ਹੀ ਆ। ਰਾਹ ਦਿਖਾਉਣ ਵਾਲਾ ਵੀ ਵਾਹਿਗੁਰੂ ਆ। ਆਪਦੇ ਨਾਲੋਂ ਦੂਰ ਕਰਕੇ ਗੁੰਮਰਾਹ ਕਰਨ ਵਾਲਾ ਵੀ ਵਾਹਿਗੁਰੂ ਆ। ਤਾਂ ਇਹ ਗੱਲ 'ਤੇ ਅਸੀਂ ਯਕੀਨ ਨਹੀਂ ਕਰਦੇ। ਅਸੀਂ ਕਹਿੰਦੇ ਹਾਂ ਇਹ ਕਿਵੇਂ ਹੋ ਜਾਏਗਾ, ਰੱਬ ਇਹ ਕਿਵੇਂ ਕਰ ਸਕਦਾ। ਪਰ ਜੋ ਬਾਣੀ ਵਿੱਚ ਲਿਖਿਆ, ਇੱਕ ਨਾ ਨੋ ਤੂੰ ਮੇਲ ਲੈ, ਮੇਲਣ ਵਾਲਾ ਵੀ ਆਪ ਹੀ ਆ ਤੂੰ ਆਪਦੇ ਨਾਲ। ਇੱਕ ਨਾ ਨੋ ਤੂੰ ਮੇਲ ਲੈ, ਇੱਕ ਆਪੋ ਤੁਧ ਖਵਾਇਆ। ਵਿਛੋੜਨ ਵਾਲਾ ਵੀ ਤੂੰ ਆਪ ਹੀ ਆ, ਗੁੰਮਰਾਹ ਕਰਨ ਵਾਲਾ ਵੀ ਆਪ ਹੀ ਆ। ਮੰਨ ਲਓ ਕਿਸੇ ਇਨਸਾਨ ਨੇ ਕਿਤੇ ਜਾਣਾ ਹੈ, ਮੰਜ਼ਿਲ ਤੈਅ ਕਰਨੀ ਆ। ਜੇ ਵਾਹਿਗੁਰੂ ਉਹਨੂੰ ਸਮਝ ਦਊਗਾ ਤੇ ਉਹ ਮੰਜ਼ਿਲ 'ਤੇ ਪਹੁੰਚ ਸਕਦਾ। ਜੇ ਉਹਨੂੰ ਸਮਝ ਹੋਊਗੀ ਰਸਤਿਆਂ ਦੀ ਵਾਹਿਗੁਰੂ ਦੁਆਰਾ, ਜੇ ਨਹੀਂ ਤਾਂ ਉਹ ਰਾਹ ਵਿੱਚ ਹੀ ਰਹੂਗਾ। ਸਮਝ ਵੀ ਰੱਬ ਨੇ ਦੇਣੀ ਆ, ਜੇ ਨਹੀਂ ਦੇਣੀ ਤਾਂ ਉਹਨੇ ਨਹੀਂ ਦੇਣੀ। ਤਾਂ ਸਾਰੀਆਂ ਚੀਜ਼ਾਂ ਪਿੱਛੇ ਉਹ ਆ, ਮੂਰਖ ਪਿੱਛੇ ਵੀ ਉਹ ਆ, ਸਿਆਣੇ ਪਿੱਛੇ ਵੀ ਉਹ ਆ। ਜਦੋਂ ਤੁਹਾਨੂੰ ਜਿਸ ਦਿਨ ਇਹ ਚੀਜ਼ ਪਤਾ ਲੱਗ ਜਾਂਦੀ ਆ, ਉਸ ਦਿਨ ਦੂਜਿਆਂ 'ਤੇ ਖਿਝ ਆਉਣੀ ਤੁਹਾਨੂੰ ਬੰਦ ਹੋ ਜਾਂਦੀ ਹੈ। ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕੁਛ ਤੇਰਾ ਭਾਣਾ। ਮੂਰਖ ਵੀ ਤੇਰੇ ਹੀ ਸਾਜੇ ਹੋਏ ਆ। ਮੂਰਖ ਕਿਤੋਂ ਹੋਰ ਨਹੀਂ ਆਏ,
ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਇਹ ਜਿੰਨੇ ਕਤਲ ਕਰਨ ਵਾਲੇ ਰਿਸ਼ਵਤ ਖੋਰ ਨੇ ਇਹ ਵੀ ਤੇਰੇ ਹੀ ਬਣਾਏ ਨੇ ਵਾਹਿਗੁਰੂ, ਤੇਰੇ ਤੋਂ ਕੋਈ ਬਾਹਰ ਨਹੀਂ ਹੈਗਾ। ਤਿੰਨ ਪ੍ਰਭ ਆਪ ਭੁਲਾਇਓ। ਰੱਬ ਨੇ ਇਹਨਾਂ ਨੂੰ ਗੁੰਮਰਾਹ ਕੀਤਾ ਹੋਇਆ। ਇਹੋ ਜਿਹੇ ਬੰਦੇ ਜਿਹੜੇ ਇਸ ਪਾਸੇ ਲੱਗੇ ਹੋਏ ਆ, ਉਹਨੂੰ ਭੁਲਾਉਣ ਵਾਲਾ ਵੀ ਉਹੀ ਆ, ਰਸਤਾ ਦਿਖਾਉਣ ਵਾਲਾ ਵੀ ਉਹੀ ਆ। ਹਰ ਕਥਾ ਹਰ ਜਸ ਸਾਧ ਸੰਗਤ ਸਿਉ, ਹਰ ਕਥਾ ਹਰ ਜਸ ਸਾਧ ਸੰਗਤ ਸਿਉ, ਇੱਕ ਮੁਹੱਤ ਨਾਇਓ ਮਨ ਲਾਇਓ। ਇਹੋ ਜਿਹੇ ਬੰਦਿਆਂ ਦਾ ਫਿਰ ਕਥਾ ਵਿੱਚ ਕਿੱਥੇ ਮਨ ਜੁੜਦਾ, ਇਹਨਾਂ ਦਾ ਕਿੱਥੇ ਮਨ ਜੁੜਦਾ ਕਥਾ ਵਿੱਚ। ਹਰ ਕਥਾ ਹਰ ਜਸ ਜਾਂ ਚੰਗੀਆਂ ਕਿਤਾਬਾਂ ਵਿੱਚ, ਕੀਰਤਨ ਵਿੱਚ, ਸਿਮਰਨ ਵਿੱਚ ਕਿੱਥੇ ਮਨ ਜੁੜਦਾ, ਜਿਨ੍ਹਾਂ ਨੂੰ ਰੱਬ ਨੇ ਆਪ ਹੀ ਭੁਲਾਤਾ। ਇੱਕ ਮੁਹੱਤ ਨਾਇਓ ਮਨ ਲਾਇਓ। ਉਹ ਇੱਕ ਸੈਕਿੰਡ ਵੀ ਵਾਹਿਗੁਰੂ ਵਿੱਚ ਆਪਦਾ ਮਨ ਨਹੀਂ ਜੋੜ ਸਕਣਗੇ। ਜਿਨ੍ਹਾਂ ਨੂੰ ਉਹਨੇ ਹੀ ਵਾਹਿਗੁਰੂ ਨੇ ਗੁੰਮਰਾਹ ਕਰਤਾ, ਉਹ ਨਹੀਂ ਇੱਧਰ ਆ ਸਕਦੇ। ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾਓ, ਜਿਹਨੂੰ ਰੱਬ ਨੇ ਮੂਰਖ ਬਣਾਤਾ ਉਹਨੂੰ ਕੋਈ ਡਾਕਟਰ ਸਿਆਣਾ ਨਹੀਂ ਬਣਾ ਸਕਦਾ। ਜਿਹਨੂੰ ਵਾਹਿਗੁਰੂ ਨੇ ਹੀ ਕਮਲਾ ਬਣਾਇਆ ਹੋਵੇ ਉਹਨੂੰ ਤੁਸੀਂ ਸਿਆਣਾ ਨਹੀਂ ਕਰ ਸਕਦੇ। ਚੰਦਨ ਕੈ ਨਿਕਟੈ ਵਸੈ, ਬਾਂਸ ਸੁਗੰਧ ਨ ਹੋਏ। ਦਿਓ ਬੱਗਾ ਤੱਪੈ ਘਣਾ, ਕਾਲਿਆਂ ਕਾਲੇ ਵਨ। ਕਾਲੀਆਂ ਚੀਜ਼ਾਂ ਕਾਲੀਆਂ ਹੀ ਰਹਿੰਦੀਆਂ ਨੇ, ਭਾਵੇਂ 2 ਸੂਰਜ ਹੋਣ ਤੇ ਭਾਵੇਂ 4 ਤੇ ਭਾਵੇਂ 10 ਭਾਵੇਂ 100 ਤੇ ਭਾਵੇਂ ਕਰੋੜ। ਕਾਲੀਆਂ ਚੀਜ਼ਾਂ ਕਾਲੀਆਂ ਹੀ ਰਹਿੰਦੀਆਂ ਨੇ। ਇਸ ਕਰਕੇ ਇਹ ਸਾਰਿਆਂ ਨੂੰ ਗੁੰਮਰਾਹ ਵੀ ਉਹਨੇ ਕੀਤਾ ਪਰਮੇਸ਼ਰ ਨੇ। ਗੁਰੂ ਅਰਜਨ ਦੇਵ ਜੀ ਦੇ ਬਚਨ ਨਾਲ ਤਿੰਨ ਪ੍ਰਭ ਆਪ ਭੁਲਾਇਓ। ਇਹਦੀ ਆਪਾਂ ਹੁਣ ਸਵਾਲ ਆ ਵੀ ਉਹ ਕਿਉਂ ਇੱਦਾਂ ਕਰਦਾ। ਇਹ ਉਹਦੀ ਖੇਡ ਆ, ਵਾਹਿਗੁਰੂ ਦੀ ਖੇਡ ਆ। ਉਹ ਕਿਉਂ ਦੁਨੀਆ 'ਤੇ ਇਨਸਾਨ ਕਿਉਂ ਭੇਜਦਾ। ਜਨਮ ਲੈਣਾ ਖੇਡ, ਪਾਲਣਾ ਖੇਡ, ਅਤੇ ਇਹ ਸਭ ਕੁਝ ਹੋਣ ਤੋਂ ਬਾਅਦ ਮੌਤ ਉਹ ਵੀ ਖੇਡ। ਆਵਣ ਜਾਣ ਇੱਕ ਖੇਲ ਬਣਾਇਆ, ਖੇਡ ਆ ਉਹਦੀ। ਇਹ ਜਨਮ ਹੋਣਾ ਜੀਆਂ ਦਾ, ਉਹਨਾਂ ਦਾ ਮਰਨਾ ਖੇਡ ਹੈ ਵਾਹਿਗੁਰੂ ਪਰਮੇਸ਼ਰ ਦੀ। ਕਹਿੰਦੇ 2 ਹੀ ਆ ਜਿਹੜੇ ਕਿ ਖੇਡਾਂ ਖੇਡਦੇ, ਇੱਕ ਤਾਂ ਬੱਚੇ ਆ ਨਿਆਣੇ ਤੇ ਇੱਕ ਆ ਵਾਹਿਗੁਰੂ ਪਰਮੇਸ਼ਰ। ਨਦੀ ਦੇ ਕਿਨਾਰੇ, ਸਮੁੰਦਰ ਦੇ ਕਿਨਾਰੇ ਬੱਚੇ ਖੇਡਦੇ ਖੇਡਦੇ ਮਿੱਟੀ ਦੇ ਘਰ ਬਣਾਉਂਦੇ ਆ ਤੇ ਢਾਹ ਦਿੰਦੇ ਆ। ਕੋਈ ਨਫਾ ਨਹੀਂ, ਕੋਈ ਨੁਕਸਾਨ ਨਹੀਂ ਉਹਨਾਂ। ਬਣਾਉਣਾ ਖੇਡ, ਮਿੱਟੀ ਦੇ ਘਰ ਢਾਉਣਾ ਖੇਡ, ਕੋਈ ਨਫਾ ਨਹੀਂ, ਕੋਈ ਨੁਕਸਾਨ ਨਹੀਂ। ਪਰਮਾਤਮਾ ਵੀ ਜੀਆਂ ਨੂੰ ਬਣਾ ਕੇ ਢਾਉਂਦਾ ਹੈ, ਇਹ ਵੀ ਉਹਦੀ ਖੇਡ ਆ। ਬਾਕੀ ਖੇਡਾਂ ਜਿਹੜੀਆਂ ਨੇ ਉਹ ਸਿਰਫ ਇੱਕ ਤੇ ਇੱਕ ਜੰਗ ਦੀ ਤਰ੍ਹਾਂ ਨੇ। ਉਹ 'ਚ ਨਫਾ ਤੇ ਨੁਕਸਾਨ ਆ, ਉਹ 'ਚ ਲਾਭ ਤੇ ਹਾਨੀ ਆ। ਰੱਬ ਤੇ ਬੱਚਿਆਂ ਦੀ ਖੇਡ ਵਿੱਚ ਨਫਾ ਨੁਕਸਾਨ ਕੋਈ ਨਹੀਂ। ਉਹਨੂੰ ਕੋਈ ਨੁਕਸਾਨ ਨਹੀਂ ਜੇ ਕੋਈ ਮਰ ਜਾਂਦਾ ਹੈ, ਉਹਨੂੰ ਕੋਈ ਨਫਾ ਨਹੀਂ ਜੇ ਕੋਈ ਜਨਮ ਲੈਂਦਾ ਹੈ। ਵਾਹਿਗੁਰੂ ਨੂੰ ਬਿਲਕੁਲ ਵੀ ਕੋਈ ਨਫਾ ਨੁਕਸਾਨ ਉਹਦੀ ਜੋ ਹੈ ਮਰਿਆਦਾ ਉਹਦੇ ਵਿੱਚ ਹੈ ਹੀ ਨਹੀਂ ਵਾਹਿਗੁਰੂ ਦੀ। ਅਤੇ ਹੁਣ ਜਿਹੜੇ ਉਹ ਬੰਦੇ ਆ ਜਿਨ੍ਹਾਂ ਨੂੰ ਗੁੰਮਰਾਹ ਕੀਤਾ ਹੋਇਆ, ਉਹਨੇ ਹੀ ਆਪ ਹੀ ਹਰ ਕਥਾ ਹਰ ਜਸ ਸਾਧ ਸੰਗਤ ਸਿਉ, ਇੱਕ ਮੁਹੱਤ ਨਾਇਓ ਮਨ ਲਾਇਓ। ਜਿਨ੍ਹਾਂ ਨੂੰ ਉਹਨੇ ਮੱਤ ਦਿੱਤੀ ਹੋਈ ਨਹੀਂ, ਰੱਬ ਨਹੀਂ ਦੇਣੀ ਸੀ ਮੱਤ, ਰੱਬ ਨੇ ਮੱਤ ਦੇਣੀ ਸੀ, ਉਹਨੇ ਦਿੱਤੀ ਹੋਈ ਨਹੀਂ, ਫਿਰ ਉਹ ਕਥਾ ਵਿੱਚ ਮਨ ਨਹੀਂ ਜੋੜ ਸਕਦੇ ਕਦੇ ਵੀ। ਹਰ ਕਥਾ ਅੱਗੇ ਹਰ ਜਸ ਨਾ ਕੀਰਤਨ ਵਿੱਚ ਜੋੜ ਸਕਣ ਮਨ, ਉਹ ਸਾਧ ਸੰਗਤ ਵਿੱਚ ਵੀ ਨਹੀਂ ਜੋੜ ਸਕਦੇ। ਇੱਕ ਮੁਹੱਤ ਨਾਇਓ ਮਨ ਲਾਇਓ। ਸਾਰਾ ਦਿਨ ਛੱਡੋ, ਇੱਕ ਘੜੀ ਵੀ, ਇੱਕ ਘੜੀ ਛੱਡੋ, ਇੱਕ ਮਿੰਟ ਵੀ, ਇੱਕ ਮਿੰਟ ਛੱਡੋ, ਇੱਕ ਸਕਿੰਟ ਵੀ, ਇੱਕ ਸਕਿੰਟ ਛੱਡੋ, ਇੱਕ ਛਿਨ ਵੀ ਉਹ ਮਨ ਨਹੀਂ ਜੋੜ ਸਕਦੇ ਬਾਣੀ ਵਿੱਚ, ਜਿਹਨੂੰ ਵਾਹਿਗੁਰੂ ਨੇ ਆਪ ਹੀ ਆਪਣੇ ਨਾਲੋਂ ਦੂਰ ਕੀਤਾ ਹੋਇਆ। ਬਿਗਸਿਓ ਪੇਖ ਰੰਗ ਕੁਸੁੰਭ ਕੋ, ਪਰਗਰੇ ਜੂਹਣ ਜਾਇਓ। ਕੱਚਾ ਰੰਗ ਦੇਖ ਕੇ ਮੇਰਾ ਜਿਹੜਾ ਮਨ ਆ ਉਹ ਇੰਨਾ ਜ਼ਿਆਦਾ ਡੁੱਲ ਜਾਂਦਾ, ਮੈਨੂੰ ਪੱਕੇ ਦੀ ਪਛਾਣ ਨਹੀਂ ਆ ਸਕਦੀ। ਜਿਵੇਂ ਕਿ ਉਹਦੀਆਂ ਦਾਤਾਂ ਜਿਹੜੀਆਂ ਨੇ ਵਾਹਿਗੁਰੂ ਦੀਆਂ, ਉਹਨਾਂ ਨੂੰ ਮੈਂ ਪਰਬਤ ਮੰਨਿਆ, ਪਰ ਵਾਹਿਗੁਰੂ ਨੂੰ ਮੈਂ ਤੀਲਾ ਜਾਣਿਆ।
ਚਰਨ ਕਮਲ ਸਿਉ ਭਾਉ ਨ ਕੀਨੋ। ਮੈਂ ਚਰਨਾ ਕਮਲਾਂ ਨਾਲ ਪ੍ਰੇਮ ਨਹੀਂ ਬਣਾ ਸਕਿਆ, ਨੈ ਸਤਪੁਰਖ ਮਨਾਇਓ। ਨਾ ਹੀ ਮੈਂ ਕਦੇ ਉਹ ਗੱਲਾਂ ਕੀਤੀਆਂ ਜਿਹਦੇ ਨਾਲ ਸਤਪੁਰਖ ਜਿਹੜੇ ਨੇ, ਪਵਿੱਤਰ ਮਨੁੱਖ ਜਿਹੜੇ ਨੇ, ਉਹਨਾਂ ਦੀ ਸੇਵਾ ਹੋਵੇ। ਕਦੇ ਮੇਰਾ ਅਜਿਹਾ ਕਰਮ ਨਹੀਂ ਮੈਂ ਕੀਤਾ ਜ਼ਿੰਦਗੀ ਵਿੱਚ ਕਿ ਸਤਪੁਰਖਾਂ ਨੂੰ ਮੈਂ ਮਨਾਵਾਂ। ਪਵਿੱਤਰ ਜਿਹੜੇ ਦਿਲ ਵਾਲੇ ਪਵਿੱਤਰ ਮਨੁੱਖ ਆ, ਭਾਈ ਵੀਰ ਸਿੰਘ ਜੀ ਵਰਗੇ, ਗਿਆਨੀ ਸੰਤ ਸਿੰਘ ਜੀ ਮਸਕੀਨ ਵਰਗੇ ਜਿਹੜੇ ਪਵਿੱਤਰ ਮਨੁੱਖ ਨੇ, ਕਦੇ ਵੀ ਮੈਂ ਉਹਨਾਂ ਦੇ ਕੋਲ ਨਹੀਂ ਬੈਠਾ ਜਾ ਕੇ। ਉਹਨਾਂ ਦੀਆਂ ਕਿਤਾਬਾਂ ਦੇ ਕੋਲ, ਉਹਨਾਂ ਦੀ ਵਿਚਾਰ ਦੇ ਕੋਲ। ਧਾਵਤ ਕੋ ਧਾਵੇ ਬਹੁ ਭਾਤੀ, ਜੋ ਤੇਲੀ ਬਲਦ ਪਰਮਾਇਓ। ਬਸ ਇਹ ਕਹਾਣੀ ਆ ਬੰਦੇ ਦੀ। ਕਹਿੰਦੇ ਕਿ ਗੁਰੂ ਅਰਜਨ ਦੇਵ ਜੀ ਕਹਿੰਦੇ ਕਿ ਮੈਂ ਇੱਕ ਤੇਲੀ ਦੇਖਿਆ, ਉਹਦੇ ਘਰ ਵਿੱਚ ਇੱਕ ਬਲਦ ਸੀ। ਬਲਦ ਨਿੱਤ ਬਹੁਤ ਚੱਲਦਾ ਸੀਗਾ, ਪਰ ਪਹੁੰਚਦਾ ਕਿਤੇ ਵੀ ਨਹੀਂ ਸੀ। ਬਲਦ ਸੀ ਤੇਲੀ ਦਾ, ਤੇ ਘਰੇ ਹੀ ਉਹਨੂੰ 100 ਕੋਹ ਪੈਂਡਾ ਹੋ ਜਾਂਦਾ ਸੀ ਰੋਜ਼ ਹੀ। ਉਹਨੂੰ ਲੱਗਦਾ ਸੀ ਬਲਦ ਨੂੰ ਮੈਂ ਬਹੁਤ ਚੱਲਿਆ, ਪਰ ਪਹੁੰਚਿਆ ਕਿੱਥੇ, ਉੱਥੇ ਹੀ ਆ, ਖੜਾ ਉੱਥੇ ਹੀ ਆ। ਸੁਬਾਹ ਤੋਂ ਲੈ ਕੇ ਸ਼ਾਮ ਤੱਕ ਚੱਲੀ ਗਿਆ, ਪਰ ਖੜਾ ਤਾਂ ਉੱਥੇ ਹੀ ਆ, ਉਹ ਪਹੁੰਚਿਆ ਕਿਤੇ ਨਹੀਂ। ਮਨ ਵੀ ਐਵੇਂ ਹੀ ਆ ਗੁਰੂ ਤੋਂ ਬਿਨਾਂ। ਜਿਵੇਂ ਤੇਲੀ ਦਾ ਬਲਦ ਆ, ਮਨ ਐਵੇਂ ਹੀ ਆ, ਬਸ ਘੁੰਮਦਾ, ਬਹੁਤ ਚੱਲਦਾ, ਉੱਡਦਾ, ਉਡਾਰੀਆਂ ਲਾਉਂਦਾ, ਮੁੜੇ ਆਉਂਦਾ ਉੱਥੇ ਹੀ ਦਾ ਉੱਥੇ ਹੀ ਆ। ਉਹੀ ਗਲਤੀਆਂ ਰੋਜ਼ ਕਰਦਾ। ਉੱਥੇ ਦਾ ਮਤਲਬ ਇਹ ਆ ਕਿ ਉਹੀ ਗਲਤੀਆਂ ਰੋਜ਼ ਆਪਾਂ ਕਰਦੇ ਹਾਂ। ਮਹਾਂਪੁਰਖਾਂ ਕੋਲ ਕੋਈ ਗਿਆ, ਕਿਸੇ ਨੇ ਜਾ ਕੇ ਬੇਨਤੀ ਕੀਤੀ, ਰੱਬ ਦੇ ਪਿਆਰੇ ਸੀ ਕੋਈ, ਕਿ ਦੱਸੋ ਜੀ ਇਨਸਾਨ ਵਿੱਚ ਸਭ ਤੋਂ ਵੱਡਾ ਦੋਖ ਕੀ ਲੱਗਦਾ ਤੁਹਾਨੂੰ? ਉਹ ਕਹਿੰਦੇ ਇਨਸਾਨ ਆਪਦੇ ਤਜਰਬੇ ਤੋਂ ਨਹੀਂ ਸਿੱਖ ਪਾਉਂਦਾ ਸਾਰੀ ਜ਼ਿੰਦਗੀ। ਜਿਹੜੀ ਗਲਤੀ ਇਹਨੇ ਇੱਕ ਵਾਰ ਕੀਤੀ ਆ, ਉਹੀ ਗਲਤੀ ਮੁੜ ਕਰਦਾ, ਉਹੀ ਗਲਤੀ ਮੁੜ ਕਰਦਾ, ਉਦੋਂ ਕੁਝ ਨਹੀਂ ਸਿੱਖਦਾ, ਉਹਨੂੰ ਫਿਰ ਕਰਦਾ, ਇਵੇਂ ਮਰ ਜਾਂਦਾ। ਇਨਸਾਨ ਆਪਦੇ ਤਜਰਬੇ ਤੋਂ ਨਹੀਂ ਸਿੱਖਦਾ, ਇਹ ਵੱਡੀ ਭੁੱਲ ਆ। ਨਾਮ ਦਾਨ ਇਸ਼ਨਾਨ ਨ ਕੀਓ, ਇੱਕ ਨਿਮਖ ਨ ਕੀਰਤ ਗਾਇਓ। ਨਾ ਕੋਈ ਨਾਮ, ਨਾ ਕੋਈ ਦਾਨ, ਨਾ ਕੋਈ ਇਸ਼ਨਾਨ ਮਨ ਦਾ, ਨਾ ਕੋਈ ਇੱਕ ਸਕਿੰਟ ਵੀ ਉਹਦੀ ਕੀਰਤੀ ਗਾਈ। ਇਹੋ ਜਿਹਾ ਮਨ ਆ। ਨਾਨਾ ਝੂਠ ਲਾਏ ਮਨ ਤੋਖਿਓ, ਝੂਠ ਦੇ ਵਿੱਚ ਬਹੁਤ ਖੁਸ਼ ਹੋ ਗਿਆ। ਨੈ ਬੂਝਿਓ ਅਪਣਾਇਓ, ਵਾਹਿਗੁਰੂ ਨੂੰ ਕਦੇ ਆਪਦਾ ਨਹੀਂ ਸਮਝਿਆ। ਪਰ ਉਪਕਾਰ ਨ ਕਬਹੂ ਕੀਏ, ਨਾ ਕਿਸੇ ਤੇ ਕੋਈ ਪਰ ਉਪਕਾਰ ਕੀਤਾ। ਭਾਵੇਂ ਤੇਰੇ ਕੋਲ ਪੈਸੇ ਬਹੁਤ ਸੀਗੇ, ਤੇਰੇ ਸਾਹਮਣੇ ਸੀ ਉਹ ਲੋਕ ਜਿਨ੍ਹਾਂ ਦੇ ਪੈਰਾਂ 'ਚ ਜੋੜੇ ਨਹੀਂ ਸੀ, ਜੋ ਵਿਦਿਆ ਤੋਂ ਹੀਣੇ ਸੀਗੇ, ਪਰ ਤੂੰ ਕਦੇ 1 ਰੁਪਈਆ ਉਹਨਾਂ ਦੀ ਹਥੇਲੀ ਤੇ ਨਹੀਂ ਧਰ ਕੇ ਦੇਖਿਆ। ਪਰ ਉਪਕਾਰ ਨ ਕਬਹੂ ਕੀਏ, ਤੇਰੇ ਸਾਹਮਣੇ ਉਹ ਰੋਂਦੇ ਮਰ ਗਏ। ਜਿਹੜੇ ਜਾਗੇ ਹੋਏ ਪੁਰਸ਼ ਆ ਨਾ, ਉਹ ਬਹੁਤ ਸੋਚ ਕੇ ਗੱਲ ਕਰਦੇ ਆ। ਇੱਕ ਕਿਤਾਬ ਪੜ੍ਹ ਰਿਹਾ ਸੀ ਮੈਂ, ਉਹਦਾ ਨਾਮ ਹੈ ਗੁਲਿਸਤਾਂ। ਉਹਦੇ ਵਿੱਚ ਇੱਕ ਬਹੁਤ ਸੋਹਣੀ ਗੱਲ ਲਿਖੀ ਆ। ਉਹ ਸੰਤ ਦੀ ਕਿਤਾਬ ਹੈ, ਇੱਕ ਦੀ, ਲੇਖਕ ਦੀ ਨਹੀਂ। ਲੇਖਕ ਦੀ ਹੋਵੇ ਤੇ ਲੇਖਕ ਕਦੇ ਕੀ ਲਿਖ ਦੂ, ਕਦੇ ਕੀ। ਉਹ ਸੰਤ ਦੀ ਕਿਤਾਬ ਆ। ਕਹਿੰਦੇ ਯਤੀਮਾਂ ਸਾਹਮਣੇ ਆਪਣੇ ਨਿਆਣਿਆਂ ਦੇ ਮੂੰਹ ਨਹੀਂ ਚੁੰਮੀਦੇ ਕਦੇ ਵੀ। ਯਤੀਮ ਹੋਵੇ ਕੋਈ, ਯਤੀਮ ਕਿਹਨੂੰ ਕਹਿੰਦੇ? ਜਿਹਦਾ ਕੋਈ ਨਹੀਂ ਹੈਗਾ, ਮਾਂ ਪਿਓ ਕੋਈ ਵੀ ਨਹੀਂ। ਯਤੀਮਾਂ ਸਾਹਮਣੇ ਕਦੇ ਵੀ ਆਪਣੇ ਨਿਆਣਿਆਂ ਦੇ ਮੱਥੇ ਨਹੀਂ ਚੁੰਮੀਦੇ, ਮੂੰਹ ਨਹੀਂ ਚੁੰਮੀਦੇ। ਜਿਹੜਾ ਜਾਗਿਆ ਹੋਇਆ ਬੰਦਾ ਉਹ ਕਹਿ ਸਕਦਾ, ਪਰ ਅਸੀਂ ਸਾਹਮਣੇ ਸਭ ਕੁਝ ਆ। ਪਰ ਉਪਕਾਰ ਨ ਕਬਹੂ ਕੀਏ, ਨਹੀਂ ਸਤਿਗੁਰ ਸੇਵ ਤੇ ਆਇਓ। ਪੰਜ ਦੂਤ ਰਚ ਸੰਗਤ ਗੋਸ਼ਟ ਮਤ ਵਾਰੋ ਮਦ ਮਾਇਓ। ਤੇ ਉਹਨਾਂ ਪੰਜਾਂ ਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹਨੂੰ ਕਹਿੰਦੇ ਆ, ਇਹਨਾਂ ਨਾਲ ਮੇਰੀ ਗੱਲਬਾਤ ਹੋਈ, ਪਰ ਤੇਰੇ ਨਾਲ ਤਾਂ ਰੱਬ ਜੀ ਮੈਂ ਕੋਈ ਗੱਲ ਹੀ ਨਹੀਂ ਕੀਤੀ ਕਦੇ। ਇਹਨਾਂ ਨਾਲ ਨਿੱਤ ਗੋਸ਼ਟ ਕੀਤੀ ਆ, ਇਹਨਾਂ ਨਾਲ ਗੱਲਾਂ ਕੀਤੀਆਂ, ਤੇਰੇ ਨਾਲ ਮੈਂ ਕੋਈ ਗੱਲ ਨਹੀਂ ਕਰ ਪਾਇਆ। ਤੇਰੇ ਨਾਲ ਮੇਰੀ ਕੋਈ ਬਾਤਚੀਤ, ਵਾਰਤਾਲਾਪ ਨਹੀਂ ਹੋਈ। ਹਾਂ ਵੈਸੇ ਇਹਨਾਂ ਨਾਲ ਮੈਂ ਬਹੁਤ ਗੱਲਾਂ ਕੀਤੀਆਂ,
ਇਸ ਕਰਕੇ ਇਹਨੂੰ ਭਗਤ ਕਬੀਰ ਜੀ ਬਹੁਤ ਸੋਹਣਾ ਕਹਿੰਦੇ ਆ, ਕਹਿੰਦੇ ਹਉਮੈ ਇਹੋ ਸਰੀਰ ਹੈ। ਗੁਰੂ ਸਾਹਿਬ ਜੀ ਵੀ ਕਹਿੰਦੇ ਆ, ਹਉਮੈ ਵਿੱਚ ਸੇਵਾ ਨਾ ਹੋਵੇ, ਦੋਏ ਨਾ ਵਸੈ ਇੱਕ ਠਾਏ। ਬੰਦੇ ਦੀ ਮੈਂ ਤੇ ਵਾਹਿਗੁਰੂ ਦਾ ਨਾਮ ਇੱਕ ਜਗ੍ਹਾ ਨਹੀਂ ਰਹਿ ਸਕਦੇ, ਨਫ਼ਰਤ ਤੇ ਪਿਆਰ ਇੱਕ ਜਗ੍ਹਾ ਨਹੀਂ ਰਹਿ ਸਕਦੇ, ਸੁਗੰਧੀ ਤੇ ਦਰਗੰਧੀ ਇੱਕ ਜਗ੍ਹਾ ਨਹੀਂ ਰਹਿ ਸਕਦੀਆਂ, ਇੱਕ ਚੀਜ਼ ਹੀ ਰਹੂਗੀ। ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ। ਇੱਥੇ ਫਿਰ ਗੁਰੂ ਸਾਹਿਬ ਜੀ ਕਹਿੰਦੇ ਮਨ ਜਿਹੜਾ ਤੇਲੀ ਦੇ ਬਲਦ ਵਾਂਗ ਗੇੜੇ ਬਹੁਤ ਦਿੰਦਾ ਹੈ, ਬਹੁਤ ਜ਼ਿਆਦਾ। ਸੁਬਾਹ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਜੇ ਧਿਆਨ ਦੇਵੋ ਇਹਦੇ 'ਤੇ, ਕਦੇ ਇਹ ਕਿਹੜੇ ਰੂਪ 'ਚ ਹੁੰਦਾ, ਕਦੇ ਕਿਹੜੇ ਰੂਪ 'ਚ ਹੁੰਦਾ, ਕਦੇ ਕਿਵੇਂ ਬਣ ਜਾਂਦਾ, ਕਦੇ ਕੀ ਹੋ ਜਾਂਦਾ, ਬਹੁਤ ਇਹ ਰੰਗ ਬਦਲਦਾ। ਗਿਰਗਟ ਇੱਕ ਜਾਨਵਰ ਆ, ਉਹ ਬਹੁਤ ਰੰਗ ਬਦਲਦਾ। ਜਿਹੜੇ ਰੰਗ 'ਤੇ ਬਹਿ ਗਿਆ ਉਹੋ ਜਿਹਾ ਰੰਗ ਹੋ ਜਾਂਦਾ ਉਹਦਾ। ਵਾਹਿਗੁਰੂ ਵੱਲੋਂ ਇੱਕ ਬਣਾਇਆ ਹੋਇਆ ਜੀ ਆਏ। ਮਨ ਨੇ ਉਹਨੂੰ ਫੇਲ ਕੀਤਾ ਹੋਇਆ, ਮਨ ਦੇ ਸਾਹਮਣੇ ਉਹ ਕੁਝ ਵੀ ਨਹੀਂ। ਮਨ ਉਦੋਂ ਵੀ ਵੱਧ ਰੰਗ ਬਦਲਦਾ। ਗਿਰਗਟ ਫੇਲ ਆ ਇਹਦੇ ਸਾਹਮਣੇ, ਮਨ ਦੇ ਸਾਹਮਣੇ। ਮਨ ਤਾਂ ਬਹੁਤ ਰੰਗ ਬਦਲਦਾ। ਉਹ ਤਾਂ ਹੋਊਗਾ ਵੀ ਚਲੋ ਉਹਨੂੰ ਸਕਿੰਟ ਲੱਗਣਗੇ, ਉਹਨੂੰ 2-3 ਮਿੰਟ ਉਹਨੂੰ ਲੱਗਦੇ ਆ। ਵੈਸੇ ਜਦੋਂ ਬਹਿੰਦਾ ਹੈ ਕਿਸੇ ਚੀਜ਼ 'ਤੇ ਉਹ ਰੰਗ ਫੜਨ 'ਚ ਉਹਨੂੰ ਸਮਾਂ ਲੱਗਦਾ, ਥੋੜ੍ਹਾ ਲੱਗ ਜਾਂਦਾ, ਜਾਂ ਸਕਿੰਟਾਂ ਦੇ ਹਿਸਾਬ ਨਾਲ ਕਈ ਮਿੰਟ ਵੀ ਲੱਗ ਜਾਂਦਾ ਕਈ ਵਾਰ। ਪਰ ਮਨ ਨੂੰ ਤਾਂ ਨਿਮਖ ਹੀ ਲੱਗਦਾ। ਮਨ ਬਹੁਤ ਰੰਗ ਬਦਲਦਾ। ਹੁਣ ਜਦੋਂ ਤੁਸੀਂ ਆਪਦੇ ਮਨ ਨੂੰ ਦੇਖਣਾ ਸ਼ੁਰੂ ਕਰ ਦਿੰਦੇ ਹੋ, ਗੁਰੂ ਦੀ ਕਿਰਪਾ ਜਦੋਂ ਹੋ ਜਾਂਦੀ ਆ, ਤੁਸੀਂ ਵੇਖੋਗੇ ਕਿੰਨੇ ਰੰਗ ਬਦਲਦਾ। ਫਿਰ ਤੁਸੀਂ ਵੇਖਣ ਵਾਲੇ ਹੋ ਗਏ। ਹੁਣ ਤੁਸੀਂ ਉਹਨੂੰ ਵੇਖ ਰਹੇ ਹੋ ਵੀ ਕਿੰਨਾ ਬਦਲਦਾ। ਫਿਰ ਤੁਹਾਨੂੰ ਤਰਸ ਆਉਂਦਾ ਆਪਦੇ 'ਤੇ ਵੀ ਮੈਂ ਕਿੰਨਾ ਉਲਝਿਆ ਪਿਆ, ਮੈਂ ਤਾਂ ਤੇਲੀ ਦਾ ਬਲਦ ਹੀ ਬਣ ਗਿਆ, ਚੱਲਦਾ ਬਹੁਤ ਆ ਪਰ ਪਹੁੰਚਦਾ ਕਿਤੇ ਨਹੀਂ। ਸ਼ਾਮ ਨੂੰ ਉੱਥੇ ਹੀ ਮੁੜ ਆ ਜਾਂਦਾ, ਗਲਤੀਆਂ ਉਹੀ ਕਰਦਾ, ਮੁੜ ਉਹੀ ਉੱਦਾਂ ਦੀਆਂ ਗਲਤੀਆਂ। ਮੁੜ ਕੇ ਉੱਥੇ ਆਉਣ ਦਾ ਅਰਥ ਇਹ ਹੁੰਦਾ ਜਿਵੇਂ ਬਲਦ ਮੁੜ ਕੇ ਤੇਲੀ ਦਾ ਉੱਥੇ ਹੀ ਖੜ ਜਾਂਦਾ ਆ ਕੇ। ਮੈਂ ਗਲਤੀਆਂ ਜਿਹੜੀਆਂ ਰੋਜ਼ ਕਰਦਾ, ਵੀ ਤੇਰਾ ਨਾਮ ਨਹੀਂ ਜਪਦਾ, ਉਹੀ ਗਲਤੀ ਮੈਂ ਰੋਜ਼ ਕਰਦਾ। ਜਿਹੜੀ ਅੱਜ ਕੀਤੀ ਕੱਲ੍ਹ ਕਰਦਾ, ਕੱਲ੍ਹ ਕੀਤੀ ਪਰਸੋਂ ਕਰਦਾ, ਫਿਰ ਉਹੀ ਕਰਦਾ। ਕਈ ਸਾਲਾਂ ਤੋਂ ਹੋ ਰਹੀਆਂ ਨੇ। ਉੱਥੇ ਹੀ ਖੜਾਂ। ਧਾਵਤ ਕੋ ਧਾਵੇ ਬਹੁ ਭਾਤੀ, ਜਿਉ ਤੇਲੀ ਬਲਦ ਪਰਮਾਇਓ। ਜਿਵੇਂ ਤੇਲੀ ਦਾ ਬਲਦ ਭਰਮਾਂ 'ਚ ਹੀ ਆ ਵੀ ਮੈਂ ਚੱਲੀ ਜਾਂਦਾ, ਪਰ ਅਸਲੀ ਚੀਜ਼ ਕੀ ਆ, ਪਹੁੰਚਿਆ ਕਿਤੇ ਨਹੀਂ। ਮੈਨੂੰ ਲੱਗਦਾ ਮੈਂ 50 ਸਾਲ ਦਾ ਹੋ ਗਿਆ, ਪਤਾ ਨਹੀਂ ਮੈਂ ਕਿਤੇ ਪਹੁੰਚ ਗਿਆ, ਪਰ ਮੈਂ ਉੱਥੇ ਹੀ ਹਾਂ। ਮਨ ਮੇਰਾ ਉੱਥੇ ਹੀ ਆ। ਮਨ ਤੋਂ ਗੱਲ ਗੁਰੂ ਸਾਹਿਬ ਨੇ ਸ਼ੁਰੂ ਕੀਤੀ ਸੀ। ਪਰ ਇੱਥੇ ਜਿਹੜੀ ਗੱਲ ਉਹਨਾਂ ਨੇ ਕਹਿਤੀ ਆ, ਉਹਨੂੰ ਮੰਨਣਾ ਬਹੁਤ ਔਖਾ ਸਾਡੇ ਲਈ, ਕਿ ਮਾਇਆ ਮਗਨ ਸਵਾਦ ਲੋਭ ਮੋਹਿਓ। ਬੰਦੇ ਦਾ ਮਨ ਸਵਾਦ ਵਿੱਚ ਫਸ ਜਾਂਦਾ। ਪਰ ਤਿੰਨ ਪ੍ਰਭ ਆਪ ਭੁਲਾਇਓ, ਤਿੰਨ ਪ੍ਰਭ ਆਪ ਭੁਲਾਇਓ। ਰੱਬ ਨੇ ਉਹਨੂੰ ਗੁੰਮਰਾਹ ਕੀਤਾ ਵਾ। ਰੱਬ ਹੀ ਆਪਦੇ ਨਾਲ ਮਿਲਾਉਣ ਵਾਲਾ ਹੈ, ਉਹਦੇ ਬਿਨਾਂ ਦੂਜਾ ਕੋਈ ਨਹੀਂ। ਰੱਬ ਹੀ ਬੰਦੇ ਦੇ ਮਨ ਨੂੰ ਗੁੰਮਰਾਹ ਕਰਨ ਵਾਲਾ ਹੈ। ਆਪਾਂ ਕਹਾਂਗੇ ਉਹ ਰਾਹ ਦਿਖਾਉਣ ਵਾਲਾ ਹੀ ਹੋ ਸਕਦਾ। ਗੁੰਮਰਾਹ ਕਿਵੇਂ ਕਰ ਦੂਗਾ? ਮੱਤ ਤੇ ਸਮੱਤ ਉਹਨੇ ਦੇਣੀ ਆ। ਜਿਹਨੂੰ ਦੇਣੀ ਆ ਉਹ ਸਿੱਧੇ ਪਾਸੇ ਆ, ਜਿਹਨੂੰ ਨਹੀਂ ਦਿੱਤੀ ਉਹ ਮੂਰਖ ਆ। ਤਿੰਨ ਪ੍ਰਭ ਆਪ ਭੁਲਾਇਓ, ਕਰਨ ਕਾਰਨ ਪ੍ਰਭ ਏਕ ਹੈ। ਮੱਤ ਦੇਣ ਵਾਲਾ ਉਹੀ ਆ, ਜਿਹਨੂੰ ਨਹੀਂ ਦਿੰਦਾ ਉਹ ਮੂਰਖ ਆ। ਮੂਰਖ ਵੀ ਉਹਦੇ ਹੁਕਮ 'ਚ ਆ। ਜਦੋਂ ਇਹ ਪੰਕਤੀ ਪੜ੍ਹਦੇ ਆ ਵੀ ਬਾਹਰ ਹੁਕਮ ਨਾ ਕੋਈ, ਤਾਂ ਰਿਸ਼ਵਤਖੋਰੀ ਉਹਦੇ ਹੁਕਮ ਤੋਂ ਬਾਹਰ ਨਹੀਂ ਹੈਗੇ। ਕਿਤੇ ਉਹ ਹੋਰ ਨਹੀਂ, ਕਿਤੇ ਸੰਸਾਰ ਵਿੱਚ ਉਹਨਾਂ ਵੀ ਉਹ ਕਿਤੇ ਹੋਰ ਉੱਗ ਰਹੇ ਆ, ਉਹ ਵੀ ਉਹਦੇ ਹੁਕਮ 'ਚ ਹੀ ਆ। ਮਾੜੇ ਲੋਕ ਵੀ ਉਹਦੇ ਹੁਕਮ 'ਚ ਆ, ਚੰਗੇ ਵੀ ਉਹਦੇ ਹੁਕਮ 'ਚ ਆ, ਦਿਨ ਵੀ ਉਹਦੇ ਹੁਕਮ 'ਚ ਆ, ਰਾਤ ਵੀ, ਪੁੰਨਿਆ ਤੇ ਮੱਸਿਆ ਦੋਨੋਂ ਹੀ ਉਹਦੇ ਹੁਕਮ 'ਚ ਆ, ਕੰਡੇ ਤੇ ਫੁੱਲ ਦੋਨੋਂ ਹੀ ਉਹਦੇ ਹੁਕਮ 'ਚ ਆ। ਇਸ ਕਰਕੇ ਮਨ ਬਹੁਤ ਭਟਕਦਾ। ਤਿੰਨ ਪ੍ਰਭ ਆਪ ਭੁਲਾਇਓ। ਜਿਨ੍ਹਾਂ ਦਾ ਭਟਕਦਾ ਉਹ ਪ੍ਰਮਾਤਮਾ ਨਹੀਂ ਉਹਨਾਂ ਨੂੰ ਗੁੰਮਰਾਹ ਕੀਤਾ ਹੋਇਆ ਵਾ, ਕਿਉਂਕਿ ਉਹਨਾਂ 'ਤੇ ਹਜੇ ਕਿਰਪਾ ਨਹੀਂ ਹੋਈ। ਉਹਨਾਂ ਨੇ ਕਿਰਪਾ ਕਰਵਾਉਣ ਲਈ ਉਹ ਕਰਮ ਹੀ ਨਹੀਂ ਕੀਤੇ ਹੈਗੇ ਵੀ ਉਹਨਾਂ 'ਤੇ ਉਹ ਕਿਰਪਾ ਹੋ ਜੇ, ਉਹਨਾਂ ਦਾ ਮਨ ਸਿੱਧੇ ਪਾਸੇ ਆਵੇ। ਉਹਦੇ ਲਈ ਹਰ ਕਥਾ, ਹਰ ਜਸ, ਹਰ ਸਾਧ ਸੰਗਤ ਇਹ ਸੀਗਾ। ਉਹਨਾਂ ਨੇ ਅੱਜ ਮਨ ਹੀ ਨਹੀਂ ਜੋੜਿਆ। ਇਹਦੇ ਵਿੱਚ ਮਨ ਜੋੜਨ ਵਾਸਤੇ
ਉਹਦੀ ਕਿਰਪਾ ਚਾਹੀਦੀ ਆ, ਮੱਤ ਚਾਹੀਦੀ ਆ। ਉਹਨੇ ਮੱਤ ਦਿੱਤੀ ਹੋਈ ਨਹੀਂ ਹੈ ਲੋਕਾਂ ਨੂੰ। ਉਹ ਹੁਣ ਜੋ ਕਰ ਰਹੇ ਆ ਉਹ ਵਾਹਿਗੁਰੂ ਦੇ ਬੰਦਗੀ ਤੋਂ ਬਿਨਾਂ ਹੈ। ਹੁਣ ਆਪ ਜੀ ਸਾਖੀ ਜਦੋਂ ਸਰਵਣ ਕਰੋਗੇ ਹੋਰ ਗੱਲ ਸਪਸ਼ਟ ਹੋਊਗੀ। ਇੱਥੇ ਦੁਨੀਆ ਨੂੰ ਤਾਰਦੇ ਹੋਏ ਗੁਰੂ ਬਾਬਾ ਨਾਨਕ ਜੀ ਭਰਥਰੀ ਜੋਗੀ ਕੋਲ ਆਉਂਦੇ ਆ। ਭਰਥਰੀ ਜੋਗੀ ਨੂੰ ਦੱਸਦੇ ਆ ਕਿ ਚਿੰਨ ਇਕੱਲੇ ਬਾਹਰੀ ਨਹੀਂ ਹੁੰਦੇ, ਜੋਗ ਦੇ ਚਿੰਨ ਅੰਦਰ ਵੀ ਹੁੰਦੇ ਆ। ਸੰਤੋਖ ਦੀਆਂ ਮੁੰਦਰਾਂ ਹੁੰਦੀਆਂ ਨੇ। ਆਪਦੀ ਜਿਹੜੀ ਦੇਹ ਆ ਉਹਨੂੰ ਕੁਆਰੀ ਰੱਖਣਾ ਹੁੰਦਾ। ਜਿਵੇਂ ਜੋਗੀ ਵਿਆਹ ਨਹੀਂ ਕਰਾਉਂਦੇ, ਆਪਦੇ ਮਨ ਨੂੰ ਕੁਆਰਾ ਰੱਖਣਾ ਹੁੰਦਾ ਬੁਰੀਆਂ ਆਦਤਾਂ ਤੋਂ। ਇਹ ਵੀ ਯੋਗ ਹੁੰਦਾ। ਗਲਤ ਆਦਤਾਂ ਨਾਲ ਵਿਆਹ ਨਹੀਂ ਕਰਵਾਉਣਾ, ਇਹ ਵੀ ਯੋਗ ਹੁੰਦਾ। ਇਹ ਸਾਰੀਆਂ ਗੱਲਾਂ ਜਦੋਂ ਦੱਸੀਆਂ, ਗੁਰੂ ਸਾਹਿਬ ਜੀ ਕਹਿਣ ਲੱਗੇ ਪ੍ਰੇਮ ਜੇ ਵਿੱਚ ਨਾ ਹੋਇਆ, ਸ਼ਰਧਾ ਜੇ ਵਿੱਚ ਨਾ ਹੋਈ, ਨਾਮ ਜਪਣ ਤੇ ਗੱਲ ਨਹੀਂ ਬਣੇਗੀ। ਭਰਥਰੀ ਨੂੰ ਆਖਿਆ ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਨਾਮ ਜਪਣਾ ਵੀ ਕੁਝ ਨਹੀਂ ਕਰੂਗਾ ਜੇ ਵਿੱਚ ਪ੍ਰੇਮ ਨਾ ਹੋਇਆ ਹੋਵੇ। ਕੋਈ ਰਾਮ ਰਾਮ ਕਹਿ ਰਿਹਾ, ਵਿੱਚ ਪ੍ਰੇਮ ਨਹੀਂ ਹੈਗਾ, ਸ਼ਰਧਾ ਨਹੀਂ ਹੈਗੀ, ਗੱਲ ਨਹੀਂ ਬਣੇਗੀ। ਕੋਈ ਗਾਵੇ ਰਾਗੀ ਨਾਦੀ ਬੇਦੀ, ਬਹੁ ਭਾਤ ਕਰ ਨਹੀਂ, ਹਰ ਹਰ ਭੀਜੈ ਰਾਮ ਰਾਜੇ। ਬਹੁਤ ਲੋਕ ਗਾ ਰਹੇ ਆ ਪਰ ਉਹ ਵਾਹਿਗੁਰੂ ਭਿੱਜਦਾ ਨਹੀਂ, ਭਤੀਜਦਾ ਨਹੀਂ ਉਹਨਾਂ ਦੇ ਕਹੇ ਤੋਂ ਵਾਹਿਗੁਰੂ। ਇੱਕ ਵਾਰ ਕਹਿ ਰਹੇ ਆ, ਇੱਕ ਕਰੋੜਾਂ ਵਾਰ ਕਹਿ ਰਹੇ ਆ। ਇੱਕ ਦੇ ਇੱਕ ਵਾਰ ਕਹੇ ਤੋਂ ਰੱਜ ਆ ਜਾਂਦਾ, ਇੱਕ ਕਰੋੜਾਂ ਵਾਰ ਕਹਿ ਰਿਹਾ ਮੁੱਲ ਹੀ ਨਹੀਂ ਪੈ ਰਿਹਾ। ਤਾਂ ਸ਼ਰਧਾ ਉੱਥੇ ਹੈ ਨਹੀਂ। ਸ਼ਰਧਾ ਬਣਾ ਕੇ ਜਪੋ ਜੀ ਨਾਮ। ਭਰਥਰੀ ਨੂੰ ਕਹਿ ਕੇ ਅੱਗੇ ਤੁਰੇ ਗੁਰੂ ਨਾਨਕ ਸਾਹਿਬ ਜੀ। ਭਾਈ ਮਰਦਾਨਾ ਜੀ ਨੂੰ ਉੱਥੇ ਫਿਰ ਕਹਿਣ ਲੱਗੇ ਕਿ ਜੀ ਬਹੁਤ ਪਿਆਸ ਲੱਗੀ ਆ। ਇਹ ਗੱਲ ਨੂੰ ਆਪਾਂ ਸਮਝੀਏ। ਇੱਥੇ ਕਹਿੰਦੇ ਭੁੱਖ ਲੱਗੀ ਆ, ਤੇਹ ਲੱਗੀ ਆ। ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਕਿਸੇ ਨੂੰ ਤਾਰਨਾ ਹੁੰਦਾ ਸੀਗਾ, ਇਸ ਗੱਲ ਨੂੰ ਇਵੇਂ ਸਮਝੋ, ਉਦੋਂ ਭਾਈ ਮਰਦਾਨਾ ਜੀ ਦੀ ਭੁੱਖ ਉਹ ਆਪ ਵਧਾ ਦਿੰਦੇ ਸੀਗੇ ਗੁਰੂ ਜੀ। ਤਿੰਨ ਪ੍ਰਭ ਆਪ ਭੁਲਾਇਓ। ਜਦੋਂ ਕਿਸੇ ਨੂੰ ਤਾਰਨਾ ਹੈ, ਜਦੋਂ ਕਿਸੇ ਨੂੰ ਮਹਾਰਾਜ ਨੇ ਕੋਲ ਜਾ ਕੇ ਸ਼ਬਦ ਸਰਵਣ ਕਰਵਾਉਣਾ, ਸਿੱਖਿਆ ਦੇਣੀ ਆ, ਉਦੋਂ ਭਾਈ ਮਰਦਾਨਾ ਜੀ ਦੀ ਭੁੱਖ ਵੱਧਦੀ ਆ। ਜੇ ਭਾਈ ਮਰਦਾਨਾ ਜੀ ਦੀ ਭੁੱਖ ਨਾ ਵਧੇ ਫਿਰ ਬਲੀ ਕੰਧਾਰੀ ਦਾ ਉਧਾਰ ਨਹੀਂ ਸੀ ਹੋਣਾ। ਨੂਰ ਸ਼ਾਹ ਜਾਦੂਗਰਨੀ ਨੇ ਸੁਧਰਨਾ ਨਹੀਂ ਸੀਗਾ, ਸਵਰਨਾ ਨਹੀਂ ਸੀ ਜੇ ਭੁੱਖ ਨਾ ਵੱਧਦੀ। ਤਾਂ ਜਿਹੜੀ ਭਾਈ ਮਰਦਾਨਾ ਜੀ ਦੀ ਗੱਲ ਆ, ਜਿਹੜਾ ਬਾਬੇ ਨਾਲ ਰਹਿੰਦਾ ਹੋਵੇ, ਜਨਮ ਜਨਮ ਕੀ ਪਿਆਸ ਗਈ, ਭੁੱਖਾਂ ਸਭ ਗਵਾਈਆਂ, ਉਹਦੀਆਂ ਤਾਂ ਭੁੱਖਾਂ ਹੀ ਸਾਰੀਆਂ ਲੈ ਜਾਣਗੀਆਂ। ਜਿਹੜਾ ਗੁਰੂ ਬਾਬੇ ਨਾਲ ਰਹਿੰਦਾ ਹੋਵੇ ਕੀ ਉਹ ਭੁੱਖਾ ਰਹਿ ਸਕਦਾ? ਨਾ। ਫਿਰ ਉਹ ਜਿਹੜੀ ਭੁੱਖ ਲੱਗਦੀ ਆ ਉਹਦਾ ਕਾਰਨ ਗੁਰੂ ਸਾਹਿਬ ਉਹਨੂੰ ਭੁੱਖ ਲਾਉਂਦੇ ਆ, ਭਾਈ ਮਰਦਾਨਾ ਜੀ ਨੂੰ। ਜੇ ਭੁੱਖ ਲੱਗਦੀ ਆ ਤੇ ਉਹ ਕਹਿੰਦੇ ਆ ਕਿ ਮੈਂ ਨਗਰ ਵਿੱਚ ਜਾਵਾਂ ਜੀ। ਗੁਰੂ ਸਾਹਿਬ ਜੀ ਕਹਿੰਦੇ ਜਾਓ ਜੀ। ਉਹ ਨਗਰ ਵਿੱਚ ਜਾਂਦੇ ਆ, ਉੱਥੇ ਮਾੜੇ ਲੋਕ ਉਹਨਾਂ ਨੂੰ ਫਿਰ ਫੜ ਲੈਂਦੇ ਆ, ਪਰੇਸ਼ਾਨ ਕਰਦੇ ਆ। ਗੁਰੂ ਸਾਹਿਬ ਜੀ ਉੱਥੇ ਜਾਂਦੇ ਆ। ਜੇ ਉਹਨਾਂ ਨੂੰ ਭੁੱਖ ਹੀ ਨਾ ਲੱਗੇ, ਪਿਆਸ ਹੀ ਨਾ ਲੱਗੇ, ਫਿਰ ਬਲੀ ਕੰਧਾਰੀ ਕਿਵੇਂ ਤਰੇਗਾ? ਸੱਜਣ ਠੱਗ ਕਿਵੇਂ ਤਰੇਗਾ? ਫਿਰ ਇਹ ਸਾਰੀਆਂ ਚੀਜ਼ਾਂ ਕਿਵੇਂ ਹੋਣਗੀਆਂ? ਤੇ ਮਾਇਆ ਮਗਨ ਸਵਾਦ ਲੋਭ ਮੋਹਿਓ, ਤਿੰਨ ਪ੍ਰਭ ਆਪ ਭੁਲਾਇਓ। ਮਨ ਬਹੁਤ ਭਟਕਦਾ, ਮਨ ਬਹੁਤ ਭਟਕਦਾ, ਬਹੁਤ ਜ਼ਿਆਦਾ ਤੇਲੀ ਦੇ ਬਲਦ ਵਾਂਗ। ਇਹ ਕੀਤਾ ਕਿਹਨੇ ਆਏ? ਉਹਨੇ ਹੀ ਕੀਤਾ ਹੈ। ਇੱਕ ਦਾ ਮਨ ਸ਼ਾਂਤ ਆ, ਬਿਲਕੁਲ ਸ਼ਾਂਤ, ਬਿਲਕੁਲ ਟਿਕਿਆ ਹੋਇਆ। ਇਹ ਕਿਹਨੇ ਕੀਤਾ? ਉਹਨੇ ਹੀ ਕੀਤਾ। ਇੱਕ ਬੰਦੇ ਕੋਲ ਬਹੁਤ ਸਿਆਣਪ ਆ, ਬਹੁਤ ਸੂਝ-ਬੂਝ ਆ, ਵਧੀਆ ਤਰੀਕੇ ਨਾਲ ਉਹ ਜ਼ਿੰਦਗੀ ਕੱਢਦਾ। ਇਹ ਗੁਣ ਆਇਆ ਕਿੱਥੋਂ? ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਇੱਕ ਭਗਤੀ ਕਰਦਾ, ਉਹਨੇ ਦਿੱਤਾ ਇਹ ਗੁਣ। ਇੱਕ ਬੰਦਾ ਉਹਦਾ ਨਾਂ ਵੀ ਨਹੀਂ ਜਪਦਾ, ਉਹਨੂੰ ਗੁੰਮਰਾਹ ਕਿਹਨੇ ਕੀਤਾ? ਉਹਨੇ ਹੀ ਕੀਤਾ। ਕਿਉਂ ਕੀਤਾ? ਮੱਤ ਉਹਨੇ ਦਿੱਤੀ ਕੋਈ ਨਹੀਂ ਉਹਨੂੰ। ਕਿਉਂ ਨਹੀਂ ਦਿੱਤੀ? ਉਹ ਕਿਰਪਾ ਦਾ ਪਾਤਰ ਹੀ ਨਹੀਂ ਬਣ ਸਕਿਆ। ਜਿਵੇਂ ਕਿ ਵਰਖਾ ਹੋ ਰਹੀ ਆ, ਮੀਂਹ ਪੈ ਰਿਹਾ ਹੈ, ਇੱਕ ਭਾਂਡਾ ਮੁੱਧਾ ਵੱਜਿਆ, ਉਹ 'ਚ ਪਾਣੀ ਕਿਵੇਂ ਭਰੂਗਾ? ਇੱਕ ਸਿੱਧਾ ਉਹ 'ਚ ਪਾਣੀ ਭਰ ਗਿਆ। ਤਾਂ ਇਹ ਸਾਰੀਆਂ ਚੀਜ਼ਾਂ ਸਾਡੇ ਮਨ ਦੀਆਂ ਨੇ। ਜਦੋਂ ਅਸੀਂ ਸਾਧ ਸੰਗਤ ਨਹੀਂ ਕਰ ਪਾਉਂਦੇ, ਉਦੋਂ ਅਸੀਂ ਤੇਲੀ ਦੇ ਬਲਦ ਹੁੰਦੇ ਹਾਂ। ਚੱਲਦੇ ਬਹੁਤ ਹਾਂ, ਚੱਲਦੇ ਬਹੁਤ ਹਾਂ, ਪਹੁੰਚਦੇ ਕਿਤੇ ਵੀ ਨਹੀਂ। ਇਸ ਤਰ੍ਹਾਂ ਜਦੋਂ ਫਿਰ ਭਾਈ ਮਰਦਾਨਾ ਜੀ ਕਹਿੰਦੇ ਗੁਰੂ ਜੀ
ਮੈਨੂੰ ਬਹੁਤ ਭੁੱਖ ਲੱਗੀ ਆ, ਬਹੁਤ ਪਿਆਸ ਲੱਗੀ ਆ, ਮੈਂ ਤਾਂ ਘਰੇ ਜਾਣਾ ਚਾਹੁੰਦਾ ਆਪਣੇ, ਹੁਣ ਮੈਥੋਂ ਇਹ ਬਰਦਾਸ਼ਤ ਨਹੀਂ ਹੁੰਦੀ। ਗੁਰੂ ਸਾਹਿਬ ਜੀ ਕਹਿੰਦੇ ਠੀਕ ਆ ਜੀ, ਤੁਸੀਂ ਘਰੇ ਚਲੇ ਜਾਓ। ਫਿਰ ਜੇ ਮੋਹ ਬਹੁਤ ਉਛਾਲ ਮਾਰ ਰਿਹਾ ਅੰਦਰੋਂ, ਇਹ ਗੁਰੂ ਸਾਹਿਬ ਜੀ ਨੇ ਕੀਤਾ। ਉਹ ਕਹਿੰਦੇ ਠੀਕ ਹੈ, ਮੈਂ ਕੁਝ ਦਿਨਾਂ ਬਾਅਦ ਆ ਜਾਊਂਗਾ ਵਾਪਸ, ਅਤੇ ਮੈਂ ਆਪਣੇ ਪੁੱਤਰ ਨੂੰ, ਪੁੱਤਰੀ ਨੂੰ, ਆਪਣੀ ਪਤਨੀ ਨੂੰ ਮਿਲਣਾ ਚਾਹੁੰਦਾ ਹਾਂ ਜਾ ਕੇ, ਉਹਨਾਂ ਦਾ ਹਾਲ ਕੀ ਆ, ਬਹੁਤ ਸਮਾਂ ਹੋ ਗਿਆ, ਮੈਂ ਜਾਣਾ ਚਾਹੁੰਦਾ। ਗੁਰੂ ਸਾਹਿਬ ਜੀ ਕਹਿੰਦੇ ਜਾਓ ਜੀ। ਫਿਰ ਉੱਥੋਂ ਭਾਈ ਮਰਦਾਨਾ ਜੀ ਤੁਰਦੇ ਆ, ਤੁਰਦੇ 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 ਇੱਕ ਰਾਹ ਦੇ ਵਿੱਚ, ਘਰੇ ਤਾਂ ਨਹੀਂ ਪਹੁੰਚਦੇ ਹੈਗੇ, ਅਤੇ ਇੱਕ ਬਹੁਤ ਮਾੜੀ ਬਿਰਤੀ ਵਾਲਾ ਬੰਦਾ, ਉਹਦਾ ਨਾਮ ਕੌਡਾ ਸੀਗਾ, ਕੌਡਾ, ਉਹ ਫੜ ਲੈਂਦਾ ਉਹਨਾਂ ਨੂੰ, ਭਾਈ ਮਰਦਾਨਾ ਜੀ ਨੂੰ, ਅਤੇ ਉਹ ਇਨਸਾਨਾਂ ਨੂੰ ਖਾਂਦਾ ਸੀਗਾ, ਇਹੋ ਜਿਹੀ ਉਹਦੀ ਬਿਰਤੀ ਸੀਗੀ। ਤਿੰਨ ਪ੍ਰਭ ਆਪ ਭੁਲਾਇਓ, ਰੱਬ ਨੇ ਉਹਨੂੰ ਮੱਤ ਨਹੀਂ ਨਾ ਦਿੱਤੀ, ਤਾਂ ਇਹੋ ਜਿਹਾ ਸੀ। ਫਿਰ ਉਹਨੇ ਤੇਲ ਕੜਾਹਾ ਗਰਮ ਕੀਤਾ, ਭਾਈ ਮਰਦਾਨਾ ਜੀ ਨੂੰ ਬੰਨ੍ਹ ਲਿਆ। ਹਜੇ ਫਿਰ ਉਹ ਜਦੋਂ ਉਹਨਾਂ ਨੂੰ ਗਰਮ ਹੋ ਰਿਹਾ ਤੇਲ, ਉਹ ਯਾਦ ਕੀਤਾ, ਕਹਿਣ ਲੱਗੇ ਸੋਹਣਿਆਂ ਦੇ ਸੁਲਤਾਨ ਜੀ, ਮੈਂ ਤਾਂ ਤੁਹਾਡੇ ਤੋਂ ਇੱਥੇ ਆ ਕੇ ਗੁੰਮਰਾਹ ਹੋ ਕੇ ਜਾਲ 'ਚ ਫਸ ਗਿਆ, ਹੁਣ ਮੈਨੂੰ ਇਹ ਛਕ ਲੂਗਾ, ਇਹਨੇ ਖਾ ਲੈਣਾ ਮੈਨੂੰ, ਕਿਰਪਾ ਕਰੋ। ਉਦੋਂ ਫਿਰ ਗੁਰੂ ਸਾਹਿਬ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ ਮੁਸ਼ਕਿਲ 'ਚ ਆ, ਭਾਈ ਬਾਲਾ ਜੀ ਨੂੰ ਕਹਿੰਦੇ, ਉਹ ਤਾਂ ਸੰਕਟ 'ਚ ਫਸ ਗਏ। ਕਹਿੰਦੇ ਕਿੰਨੀ ਕੁ ਦੂਰ ਹੈ, ਕਹਿੰਦੇ 11 ਕੋਹ ਹੈ ਇੱਥੋਂ, 11 ਕੋਹ ਦੀ ਵਾਟ ਆ, ਉੱਥੇ ਜਾ ਕੇ ਉਹਨਾਂ ਨੂੰ ਬੰਨ੍ਹਿਆ ਹੋਇਆ, ਅਤੇ ਕੋਈ ਉਹਨਾਂ ਨੂੰ ਮਾਰਨਾ ਚਾਹੁੰਦਾ ਭਾਈ ਸਾਹਿਬ ਜੀ ਨੂੰ, ਉਹਨਾਂ ਨੂੰ ਬੰਨ੍ਹ ਕੇ ਰੱਖੀ ਫਿਰਦਾ। ਫਿਰ ਭਾਈ ਬਾਲਾ ਜੀ ਕਹਿੰਦੇ ਮੈਂ ਪੁੱਛਿਆ ਇੰਨੀ ਵਾਟ 11 ਕੋਹ, 11 ਕੋਹ ਕਿਲੋਮੀਟਰ ਤੋਂ ਵੱਧ ਹੁੰਦੇ ਆ, 11 ਕਿਲੋਮੀਟਰ ਤੋਂ ਵੱਧ ਆ, ਕੋਹ ਵੱਧ ਹੁੰਦਾ ਕਿਲੋਮੀਟਰ ਤੋਂ। ਫਿਰ ਭਾਈ ਬਾਲਾ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੇ ਆਪਦਾ ਹੱਥ ਮੇਰੇ ਵੱਲ ਕੀਤਾ, ਆਖਿਆ ਪਿਆਰੇ ਜੀ ਇਹਨੂੰ ਮੇਰੇ ਹੱਥ 'ਤੇ ਰੱਖੋ। ਕਹਿੰਦੇ ਮੈਂ ਆਪਦਾ ਹੱਥ ਉਹਨਾਂ ਦੀ ਤਲੀ 'ਤੇ ਰੱਖਿਆ, ਮੈਨੂੰ ਨਹੀਂ ਪਤਾ ਲੱਗਾ, ਕਹਿੰਦੇ 11 ਕੋਹ ਕਿਵੇਂ 11 ਸਕਿੰਟਾਂ 'ਚ ਅਸੀਂ ਉੱਥੇ ਪਹੁੰਚ ਗਏ। ਅੱਜ ਦੇ ਦੀਵਾਨ 'ਚ ਇਤਨਾ ਹੀ। ਅੱਗੇ ਗੁਰੂ ਸਾਹਿਬ ਜੀ ਕਿਵੇਂ ਉੱਥੇ ਪਹੁੰਚੇ, ਜਿੱਥੇ ਉਹ ਕੌਡਾ ਰਾਗ 'ਚ ਸੀਗਾ, ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਪਰੇਸ਼ਾਨ ਕਰਦਾ ਸੀ, ਅਤੇ ਗੁਰੂ ਸਾਹਿਬ ਜੀ ਨੇ ਆਪਦੇ ਅਨੰਨ ਸਾਥੀ ਨੂੰ, ਅਨੰਨ ਪਿਆਰੇ ਭਗਤ ਜੀ ਨੂੰ ਕਿਵੇਂ ਬਚਾਇਆ ਸੀ, ਉਹ ਕੱਲ੍ਹ ਦੇ ਦੀਵਾਨ ਵਿੱਚ ਆਪ ਜੀ ਸਰਵਣ ਕਰੋਗੇ। ਗੁਰੂ ਸਾਹਿਬ ਕਿਰਪਾ ਕਰਨ, ਕੀਤੀ ਹੋਈ ਜੋ ਵਿਚਾਰ ਹੈ ਹਿਰਦਿਆਂ 'ਚ ਵਸੇ, ਸ਼ਬਦਾਂ ਦੀ ਕਮਾਈ ਕਰਕੇ ਸੋਹਣੇ ਬਣ ਜਾਈਏ। ਇਹ ਗੱਲ ਦਿਲ 'ਤੇ ਲਿਖੀਏ ਕਿ ਵਾਹਿਗੁਰੂ ਤੋਂ ਬਿਨਾਂ ਕਾਰਨ ਬਣਾਉਣ ਵਾਲਾ ਕੋਈ ਨਹੀਂ ਹੈਗਾ, ਬਸ ਸਭ ਪਿੱਛੇ ਹੋਗਾ, ਸਭ ਪਿੱਛੇ ਹੋਗਾ, ਬਸ ਉਹੀ ਹੈ, ਉਹ ਤੋਂ ਬਿਨਾਂ ਕੁਝ ਵੀ ਨਹੀਂ, ਕੁਝ ਵੀ ਨਹੀਂ ਤੋਂ ਭਾਵ ਕੁਝ ਵੀ ਨਹੀਂ। ਗੁਰੂ ਸਾਹਿਬ ਕਿਰਪਾ ਕਰਨ। ਆਓ 1 ਮਿੰਟ ਵਾਹਿਗੁਰੂ ਕਹਿ ਕੇ ਚਰਨਾਂ ਵਿੱਚ ਜੁੜੀਏ ਜੀ। ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੂੰ ਠਾਕੁਰ ਤੁਮ ਇਹ ਅਰਦਾਸ।